ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਚਰਚਾ ਕਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ। ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜਲਾਲਾਬਾਦ ਦੀ ਕੋਰਟ 'ਚ ਪੇਸ਼ ਕੀਤਾ ਗਿਆ ਤੇ ਉੱਥੇ ਪੁਲਿਸ ਵੱਲੋਂ ਉਹਨਾਂ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ 2 ਦਿਨ ਦਾ ਰਿਮਾਂਡ ਦੇ ਦਿੱਤਾ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜਲਾਲਾਬਾਦ ਦੀ ਪੁਲਿਸ ਨੇ ਸਵੇਰੇ ਚੰਡੀਗੜ੍ਹ ਉਹਨਾਂ ਦੇ ਘਰੋਂ ਕਰੀਬ 6:20 ਤੇ ਗ੍ਰਿਫਤਾਰ ਕੀਤਾ ਸੀ। इस दौरान सुखपाल सिंह खैरा ने पंजाब के मुख्य मंत्री भगवंत मान ते आरोप लगाया कि भगवंत मान मेरे खून के प्यासे हो गए ने। उन्होंने यह भी आख्या मैनू हैरानी नहीं होएगी जे मेरी हत्या भी करा दी जाए, मैनू इस वेले खतरा लग रहा है। उन्होंने आख्या मुख्य मंत्री भगवंत मान पंजाब दे विच कांग्रेस नू बर्दाश्त नहीं कर पा रहे। आम आदमी पार्टी ने पंजाब दे विच कांग्रेस नू हाशिए ते सुट्टण लई इहो जिहा काम किया जिहदे विच कोई सच्चाई नहीं है। आखिरकार मैं जितांगा क्योंकि मैनू पूरा यकीन है कि जित सच्चाई दी होएगी। उन्होंने कहना है कि मैनू झूठे केस दे विच फसाया जा रहा है। सुखपाल सिंह खैरा ने यह भी आख्या कि यह बदलाव की नहीं बदले की राजनीति है। उन्होंने पुलिस की तुलना भाड़े के बदमाशां दे नाल कीती। कोई मैं बिल्कुल एंड टेक के तुहाडे नाल गल करूंगा। देखो गल ये आ कि भगवंत मान ने अपनी प्यास बुझाई आ खैरे नूं अरेस्ट करके कर सकदा सीगा। आफ्टर ऑल चीफ मिनिस्टर आ, उहदे कोल अज दी डेट विच पुलिस है, विजिलेंस है, अमला है। वो मेरे खून का तो प्यासा सीगा ही सीगा, आपां सब नूं पता वा। मेरे ते 3 FIRs इस मुकदमे तो पहला भगवंत मान पर्सनल इंस्ट्रक्शंस स्वपन शर्मा जिहड़ा इस SIT का मुखी बनया ना, हुण इसे SIT बनाई गई एक, ਉਹਦਾ भी मुखी स्वपन शर्मा वा। ਉਹਨੂੰ डिप्यूट किया गया चुन के कि खैरे नूं ठोकना वा। ये बदलाव की राजनीति नहीं है मेरे वीरो, ये प्योर बदले की राजनीति आ। और ये ऑफिसर्स जिहड़े उन्हां दे हथ टोके बन रहे ने, जिहड़े यू नो आई एम वेरी सैडेंड दैट द पुलिस इज बिहेविंग लाइक पेड मर्सनरीज ऑफ द पुलिस ऑफ द गवर्नमेंट। पेड मर्सनरीज जिदा आपां भाड़े दे नहीं लेके आई दे बदमाश, ये पुलिस का काम नहीं। दे आर सपोज टू गो बाय द रूल ऑफ कॉन्स्टिट्यूशन, दे आर सपोज टू गो बाय द रूल ऑफ लॉ। ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨੋਂ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈੱਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਔਰ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਨੂੰ ਈਡੀ ਨੇ ਵੀ ਅਰੈਸਟ ਕੀਤਾ, ਈਡੀ ਨੇ ਵੀ ਇੰਡੀਪੈਂਡੈਂਟ ਵਿਟਨੈਸਸ ਬੁਲਾਉਣ ਦਿੱਤੇ ਸੀ, ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ। और उतों हुण कहंदे ने जी कोई SIT ने रिपोर्ट बनाई है, 2015 का NDPS केस है, एक FIR नंबर 35, उसे केस रिपीटेडली मैनू इंप्लीकेट किया जा रहा। पहला 2015 च अकाली दल के खिलाफ सीगा ते उदों उन्होंने मैनू इंप्लीकेट करने की कोशिश की, एक झूठा जिहा कॉल रिकॉर्ड बना लिया। मेरे हल्के का एक आदमी सिर्फ गुरदेव सिंह चेयरमैन चंगा बंदा सीगा, भटक गया होऊगा। वो जो FIR हुई 2015 च, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। मैं ਉਹਨੂੰ ਕਿਹਾ ਵੀ ਸਗੋਂ, मैं गुरदेव ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ तो ਮੈਨੂੰ ਵੀ ਫਸਾਏਗਾ। सिर्फ ਭਰਾਓ मीडिया वाले और पंजाबियों, सिर्फ कॉल रिकॉर्ड मैं 1.5 लाख आदमी ਦਾ ਚੁਣਿਆ ਹੋਇਆ, ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂਗਾ ਵੀ। ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ NDPS ਵਰਗੇ ਇੱਕ ਸੀਰੀਅਸ ਜੁਰਮ ਦੇ ਵਿੱਚ ਪਹਿਲਾਂ ਬਾਦਲਾਂ ਨੇ, ਕਿਉਂਕਿ ਆਈ ਵਾਸ ਫਾਈਟਿੰਗ them, ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਜਿਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ, ਜਦੋਂ ਇਹਨੂੰ ਮੈਂ ਕਢਾਇਆ ਉਸ ਮਾਈਨਿੰਗ ਵਾਲੇ ਕੇਸ ਚੋਂ, ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨਸਾਮੇ ਤੋਂ 25 ਕਰੋੜ ਰੁਪਈਆ ਬੇਨਾਮੀ ਬੋਲੀ ਦਿੱਤੀ, ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ। ਇਸੇ FIR 35 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, ਮੇਰੀ ਸਪੋਰਟ ਕਰਦਾ ਸੀ ਇਸ FIR ਵਿੱਚ। ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ, ਬਲਜਿੰਦਰ ਕੌਰ, ਕੁਲਤਾਰ ਸੰਧਵਾ ਮੇਰੇ ਨਾਲ। ਇਸ FIR ਨੂੰ ਕਹਿੰਦੇ ਸੀ ਝੂਠੀ ਆ। ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ ਸੀ 2017 ਚ, ਇਸੇ FIR 35 ਚ ਮੇਰੇ ਸਮਨਿੰਗ ਸਟੇ ਕਰ ਦਿੱਤੀ। ਸਮਨਿੰਗ ਸਟੇ ਰਹੀ ਕਿਉਂਕਿ ਲॉ ਪੁਆਇੰਟ ਸੀਗਾ ਕਿ ਕੀ
ਦੂਜਿਆਂ ਨੂੰ ਸਜ਼ਾ ਕਰਨ ਤੋਂ ਬਾਅਦ ਜਿਹੜੇ ਬੰਦੇ ਦਾ FIR 'ਚ ਨਾਂ ਨਹੀਂਗਾ, ਚਲਾਨ 'ਚ ਨਾਮ ਨਹੀਂਗਾ, ਜਿਹਦੇ 'ਚ ਰਿਕਵਰੀ ਕੋਈ ਨਹੀਂ, ਜਿਹਦਾ ਦੋਸ਼ ਕੋਈ ਨਹੀਂਗਾ, ਉਹਨੂੰ ਅਦਾਲਤ ਸਮਨ ਕਰ ਸਕਦੀ ਆ। ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ ਹੈ, ਕਨਸਟੀਟਿਊਸ਼ਨਲ ਬੈਂਚ। ਉਸ ਬੈਂਚ ਨੇ ਇਸੇ FIR 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ ਉਹਨੂੰ ਕੋਸ਼ ਕਰ ਦਿੱਤਾ। ਔਰ ਇਸੇ ਹੀ FIR ਦੇ ਆਧਾਰ ਤੇ ਬੀਜੇਪੀ ਨੇ ਆਪਣਾ ਗੁੱਸਾ ਕੱਢਿਆ, ਕਿਉਂਕਿ ਮੈਂ ਯੂਆਪਾ ਦੇ ਕੇਸ ਲੜਦਾ ਸੀ, ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਂਦਾ ਸੀ। ਇਸੇ ਹੀ FIR ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ PMLA ਦਾ ਕੇਸ ਬਣਾ ਦਿੱਤਾ। ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀਆਂ ਸਮਨਿੰਗ ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ FIR 35 ਚ, ਤੇ ਮੈਂ ਤਾਂ ਹਾਈ ਕੋਰਟ ਗਿਆ ਹਾਂ ਕਿ ਕੁਐਸ਼ ਕਰ ਦਿਓ ਸਾਰਾ ਮਾਮਲਾ। ਕੁਐਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫॉर ਸਟੇਇੰਗ ਦ ਪ੍ਰੋਸੀਡਿੰਗਸ ਆਫ PMLA ਕੋਰਟ। ਇਧਰੋਂ ਉਸੇ FIR ਵਿੱਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ, ਉਸੇ FIR ਵਿੱਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ, ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ। ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ 'ਚ ਮੇਰੀ ਐਂਟੀਸਿਪੇਟਰੀ ਬੇਲ ਹੋ ਗਈ, ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ FIR। ਔਰ ਸੁਣੋ, ਬਿਲਕੁਲ ਇਹੀ ਚਾਰजेस ਕਿ ਕਾਲ ਰਿਕਾਰਡ ਸੀ ਜੀ, ਡਰੱਗ ਮਨੀ ਸੀ ਜੀ, ਸਾਰਾ ਝੂਠੋ ਝੂਠ ਬਣਾ ਕੇ ਇਹੀ ਤਾਂ ਚਲਾਨ ਮੇਰਾ ED ਦਾ ਵਾ। ਇਹੀ 78 ਦਿਨ 80 ਦਿਨ ਮੈਂ ਜੇਲ੍ਹ ਕੱਟੀ ਆ। ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਰੈਗੂਲਰ ਬੇਲ ਗ੍ਰਾਂਟ ਕੀਤੀ ਹੈ ਇਸੇ ਹੀ ਇਲਜ਼ਾਮ 'ਚ। ਕੈਨ ਯੂ ਪਨਿਸ਼ ਅ ਪਰਸਨ ਅਗੇਨ ਐਂਡ ਅਗੇਨ ਫॉर द ਸੇਮ ਕ੍ਰਾਈਮ, 1 time 2 time 3 times? ਆ ਸਾਡੇ ਦੇਸ਼ ਦਾ ਇਸ ਵਕਤ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ, ਬਦਮਾਸ਼ਾਂ ਦਾ। ਔਰ ਇਹ ਚੱਲ ਰਿਹਾ SIT ਦੇ ਮੈਨੂੰ ਅਫਸੋਸ, ਲਾਸਟ ਮਿੰਟ ਜੀ, 1 ਮਿੰਟ, SIT ਦੇ ਮੈਨੂੰ ਅਫਸੋਸ ਆ। ਵਾਟ ਇਜ਼ SIT? ਸਪੈਸ਼ਲ ਇਨਵੈਸਟੀਗੇਟਿੰਗ ਟੀਮ। ਸਵਪਨ ਸ਼ਰਮਾ ਉਹਦਾ ਹੈਗਾ, ਇਹਦਾ ਫਰਜ਼ ਨਹੀਂ ਸੀ ਬਣਦਾ? ਮੈਂ ਇਲੈਕਟਡ MLA ਆ, ਥਰਾਈਸ ਫਾਰਮਰ ਲੀਡਰ ਆਫ ਆਪੋਜੀਸ਼ਨ, ਇਹ ਮੈਨੂੰ ਨੋਟਿਸ ਭੇਜਦਾ, ਮੈਂ ਜਾਂਦਾ, ਮੇਰੀ ਗੱਲ ਤਾਂ ਸੁਣ ਲੈਂਦਾ, ਮੇਰੇ ਸੁਪਰੀਮ ਕੋਰਟ ਦੇ ਆਰਡਰਸ ਤਾਂ ਦੇਖ ਲੈਂਦਾ, ਮੇਰੀ ਹਾਈ ਕੋਰਟ ਦੀ ਬੇਲ ਤਾਂ ਦੇਖ ਲੈਂਦਾ। ਬਸ ਕਿਸੇ ਤਰੀਕੇ ਨਾਲ ਖੂਨ ਦੇ ਪਿਆਸੇ ਹੋਏ ਸੀਗੇ। ਲਾਈਕ ਆਈ ਸੈਡ, ਆਈ ਐਮ ਸੈਡਨਡ। ਆਫਸਰਸ ਲਾਈਕ ਸਵਪਨ ਸ਼ਰਮਾ who have become paid mercenaries of the government, ਇਹ ਮੈਨੂੰ ਦੁੱਖ ਇਸ ਗੱਲ ਦਾ ਵਾ। ਇਹਨਾਂ ਦਾ ਕੰਮ ਨਹੀਂਗਾ, ਇਹਨਾਂ ਦਾ ਕੰਮ ਹੈਗਾ ਸੰਵਿਧਾਨ ਤੋਂ ਤਨਖਾਹ ਲੈਂਦੇ ਨੇ ਇਹ ਕਿਸੇ ਭਗਵੰਤ ਮਾਨ ਦੇ ਜੁੱਤੀ ਚੱਟ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ, ਉਹਦੇ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ। ਔਰ ਭਗਵੰਤ ਸੁਣ ਲਾ ਤੂੰ ਚੰਗੀ ਤਰ੍ਹਾਂ ਨਾਲ, ਰਾਜ ਹਮੇਸ਼ਾ ਨਹੀਂ ਰਹਿੰਦਾ ਇਕਸਾਰ, ਇਹ ਰਾਜ ਪਰਿਵਰਤਨ ਹੋਵੇਗਾ। ਤੇ ਅਸੀਂ ਤਾਂ ਭੁਗਤ ਲਈਆਂ ਵਾ। ਮੈਂ ਜੇਲ੍ਹ ਵੀ ਕਈ ਵਾਰੀ ਜਾਇਆ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਬੜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹ ਗਏ ਨੇ। ਤੂੰ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਅੰਦਰ ਕੀਤਾ ਵਾ, ਫਿਰ ਤੋਂ ਨਹੀਂ ਉਹ ਭੁਗਤ ਹੋਣਾ, ਫਿਰ ਤੋਂ ਇੱਕ ਦਿਨ ਨਹੀਂ ਥਾਣੇ ਰਹਿ ਹੋਣਾ, ਮਰ ਜਾਏਗਾ। ਵਾਸਤੇ ਉਹਨਾਂ ਜਿਹੜੇ ਗਰਾਊਂਡਸ ਰੱਖੀਆਂ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਅਪੋਜ਼ ਕੀਤਾ। ਗਰਾਊਂਡਸ ਕੋਈ ਵੀ ਨਹੀਂ ਸੀ। ਪਾਸਪੋਰਟ ਜ਼ਬਤ ਕਰਨੇ, ਪਾਸਪੋਰਟ ਦੇਖੋ ਆਪਾਂ ਸਾਰੇ ਜਾਣਦੇ ਹਾਂ, ਪਾਸਪੋਰਟ ਜਦੋਂ ਪੁਰਾਣਾ ਪਾਸਪੋਰਟ ਜਮ੍ਹਾਂ ਹੁੰਦਾ, ਨਵਾਂ ਪਾਸਪੋਰਟ ਤਾਂ ਮਿਲਦਾ, ਠੀਕ ਹੈ। ਸੈਕੰਡਲੀ ਕਿੱਥੇ ਗਏ ਜੀ, ਅੰਬੈਸੀ ਜਾਓ, ਅੰਬੈਸੀ ਜਾ ਕੇ ਪਤਾ ਲੱਗ ਜਾਣਾ ਕਿੱਥੇ ਗਏ। ਥਰਡਲੀ ਅਸੈਟਸ ਦਾ ਪਤਾ ਕਰਨਾ ਹੈ ਜੀ, ਮਾਮਲਾ ਦਾ ਕੇਸ ਪਹਿਲੇ ਚੱਲਦਾ, ਉਹਨਾਂ ਖਿਲਾਫ ਚੱਲਦਾ, ਉਹਦੇ ਸਾਰੀ ਡਿਟੇਲ, ਕੋਈ ਨਵੀਂ ਗੱਲ ਕੁਝ ਵੀ ਨਹੀਂ ਸੀ। ਐਵੇਂ ਜਿਵੇਂ ਕਹਿੰਦੇ ਕਿ ਨਹੀਂ, ਇਹਨਾਂ ਨੇ ਸਿਰਫ ਸੱਪ ਲੰਘ ਗਿਆ, ਪਿੱਛੇ ਲਕੀਰ ਰਹਿ ਗਈ, ਲਕੀਰ ਨੂੰ ਡੰਡੇ ਮਾਰੇ। ਆਧਾਰ ਕੀ ਬਣਾਇਆ ਗਿਆ? ਗ੍ਰਿਫਤਾਰੀ ਦਾ ਆਧਾਰ ਉਹੀ ਪੁਰਾਣੀ ਗੱਲਾਂ ਸਾਰੀਆਂ ਜੋ ਇਹਨੇ ਸਾਰੀਆਂ ਰਿਬਟ ਹੋ ਚੁੱਕੀਆਂ ਨੇ। ਪਾਮਲਾ ਐਕਟ ਦੇ ਕੇਸ ਬੇਲ ਹੋ ਚੁੱਕੀ ਹੈ, ਉਹ ਸਾਰੀ ਗੱਲਾਂ ਉੱਥੇ ਕੀਤੀਆਂ, ਸਾਰੀਆਂ ਇੰਪੋਰਟੈਂਟ ਨੇ, ਨਵੀਂ ਕੋਈ ਗਰਾਊਂਡ ਨਹੀਂ। ਅੱਜ ਪੁਲਿਸ ਨੇ ਕੀ ਆਖਿਆ? ਪੁਲਿਸ ਨੇ ਇਹੀ ਕਿਹਾ ਜੀ ਇਹਨਾਂ ਕੋਲ ਪਾਸਪੋਰਟ ਪੁਰਾਣੇ ਜ਼ਬਤ ਕਰਨਾ ਹੈ। ਅੱਛਾ ਜੀ, ਪਾਸਪੋਰਟ ਪੁਰਾਣੇ ਦੇਖੋ, ਮੈਂ ਤੁਹਾਨੂੰ ਅੱਗੇ ਦੁਬਾਰਾ ਰਿਪੀਟ ਕਰ ਰਿਹਾ, ਪਾਸਪੋਰਟ ਜਦੋਂ ਆਲਰੇਡੀ ਆਪਾਂ ਪਾਸਪੋਰਟ ਪਹਿਲੇ ਪੁਰਾਣਾ ਨਵਾਂ ਤਾਂ ਜੋ ਰਹੇਗੀ, ਪੁਰਾਣਾ ਜਮ੍ਹਾਂ ਕਰਾਵਾਂਗੇ। ਤੁਹਾਡੇ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਜਿਸ ਢੰਗ ਨਾਲ ਕੀਤੀ ਗਈ, ਉਹਦੇ ਤੇ ਵੀ ਕੋਈ ਕਿੰਤੂ ਪਰੰਤੂ ਜਾਂ ਸਵਾਲ ਬਿਲਕੁਲ ਗਲਤ ਹੈ। ਗ੍ਰਿਫਤਾਰੀ ਦੇਖੋ, ਇੱਕ ਇਸੇ ਅਫੇਅਰ ਦੇ ਵਿੱਚ 35 ਨੰਬਰ ਅਫੇਅਰ ਦੇ ਅੱਜ ਵੀ ਕੇਸ ਚੱਲ ਰਿਹਾ ਰਣੀਲ ਕੁਮਾਰ ਦੇ ਖਿਲਾਫ ਜੀ। ਜੇ ਇਹਨਾਂ ਕੋਲ ਸੁਖਪਾਲ ਖਹਿਰਾ ਦੇ ਖਿਲਾਫ ਕੋਈ ਐਵੀਡੈਂਸ ਹੈ ਤੇ ਕੋਰਟ 'ਚ ਆਪਣਾ ਗਵਾਹ ਕਰਾ ਕੇ ਪੇਸ਼ ਕਰ ਦੇਣ, ਕੋਰਟ ਕੰਸੀਡਰ ਕਰ ਲੇਗੀ ਕਿ ਵੈਦਰ ਹੀ ਇਜ਼ ਕਲਪ੍ਰੀਟ ਔਰ ਨਾਟ। ਸੈਕਸ਼ਨ 319 ਹੈ, ਉਸ ਵੇਲੇ ਉਹਨਾਂ ਨੂੰ ਸਮਨ ਕਰ ਲੇਗੀ ਦੁਬਾਰਾ। ਫਿਰ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ, ਸਿਰਫ ਕਿਉਂਕਿ ਸੁਖਪਾਲ ਖਹਿਰਾ ਭਗਵੰਤ ਮਾਨ ਦੇ ਖਿਲਾਫ ਬੋਲਦਾ ਹੈ। ਸੈਕੰਡਲੀ ਜਿਹੜੀ ਰੀਸੈਂਟਲੀ ਰਾਘਵ ਚੱਡਾ ਦੀ ਮੈਰਿਜ ਹੋਈ ਹੈ, ਉਹਨੇ ਮੈਰਿਜ ਨੂੰ ਕੁਐਸਚਨ ਕੀਤਾ ਵੀ ਇੱਕ ਬੰਦੇ ਕੋਲ ਜਿਹੜੀਆਂ ਆਪਦੀਆਂ ਉਹਦੀ ਅਸੈਟਸ ਦੱਸਦਾ ਮੇਰੇ ਕੋਲ 2.5 ਲੱਖ ਦੀਆਂ ਨੇ ਜਾਂ 50 ਲੱਖ ਦੀਆਂ, ਮੈਰਿਜ 2.5 ਕਰੋੜ ਦੀ ਕਰ ਰਿਹਾ। ਉਸ ਕਰਕੇ ਸਿਰਫ ਇਹ ਪੋਲੀਟੀਕਲੀ ਮੋਟੀਵੇਟਿਡ ਹੈ। ਇੱਕ ਮੰਗਿਆ ਪਰਸੋਂ 7 ਦਿਨ ਦਾ ਮੰਗਿਆ ਗਿਆ ਸੀਗਾ, ਲੇਕਿਨ ਇਹਨਾਂ ਕੋਲ ਗਰਾਊਂਡ ਨਹੀਂ ਸੀ ਕੋਈ ਵੀ। ਜਿਹੜੇ 319 ਦੀ ਐਪਲੀਕੇਸ਼ਨ ਦੀ ਜਿਹੜੀ ਗੱਲ ਕਰਦੇ ਆ ਤੇ ਉਹਦੇ ਪਿੱਛੇ ਦੀ ਗੱਲ ਕਰ ਲਈਏ ਤਾਂ ਉਹਦਾ ਕੀ ਬਣਿਆ ਸੀ? ਜਿਹੜੀ ਪਹਿਲੇ 319 ਦੀ ਐਪਲੀਕੇਸ਼ਨ ਇਹਨਾਂ ਨੇ ਲਗਾਈ ਸੀ, ਸਮਨਿੰਗ ਹੋਈ ਸੀ ਇਹਨਾਂ ਦੀ 2017 ਦੇ ਵਿੱਚ, ਉਹ ਖਤਮ ਹੋ ਗਈ। ਸੁਪਰੀਮ ਕੋਰਟ ਨੇ ਡਿਸਕਾਰਡ ਕਰਤੀ ਵੀ ਉਹ ਸਾਰੀ ਟੈਕਨੀਕੈਲਿਟੀਜ਼ ਅਗੇਂਸਟ ਲਾਅ ਸੀ, ਨਹੀਂ ਸਮਨ ਕਰ। ਕੋਈ ਪੁਲਿਸ ਨੇ ਸਿੱਟ ਦੀ ਰਿਪੋਰਟ ਵੀ ਪੇਸ਼ ਕੀਤੀ ਅਦਾਲਤ? ਮੈਂ ਸਿੱਟ ਦੀ ਰਿਪੋਰਟ ਪੇਸ਼ ਕੀਤੀ ਸੀ। ਸਿੱਟ ਦੀ ਰਿਪੋਰਟ ਮੇਰੇ ਕੋਲ ਅੱਜ ਵੀ ਹੈ, ਕਾਪੀ ਹੈ, ਦਿਖਾਣਾ ਬੇਟਾ। ਉਹਦੇ 'ਚ ਕੀ ਆਖਿਆ ਗਿਆ? ਉਹ ਸਿੱਟ ਦੀ ਰਿਪੋਰਟ ਮੈਂ ਤੁਹਾਨੂੰ ਪੁਆਇੰਟ ਆਊਟ ਕਰਦਾ, ਜਿਮਨੀ ਨੰਬਰ 53 ਜੀ 25/6/21 ਦੀ। ਉਹਦੇ ਵਿੱਚ ਸਿੱਟ ਨੇ ਫਾਈਨਲੀ ਕੀ ਕਿਹਾ, ਮੈਂ
ਇਸ ਤੋਂ ਇਲਾਵਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਤਸਦੀਕ ਤਫਤੀਸ਼ ਅਤੇ ਕਮਿਊਨੀਕੇਸ਼ਨ ਚਾਰਟ ਨੂੰ ਵਾਚਣ ਤੋਂ ਸੁਖਪਾਲ ਖਹਿਰਾ ਨਾਮ ਲਿਖੇ ਨੇ ਸਾਰਿਆਂ ਦੇ, ਪਰ ਇਸ ਤੋਂ ਇਲਾਵਾ ਇਹ ਗੱਲ ਸਾਬਤ ਨਹੀਂ ਹੋਈ ਕਿ ਸੁਖਪਾਲ ਖਹਿਰਾ ਨੇ ਇਸ ਕੇਸ ਵਿੱਚ ਤਫਤੀਸ਼ੀ ਅਫਸਰ ਹਲਕਾ ਅਫਸਰ ਨਾਲ ਗੁਰਦੇਵ ਸਿੰਘ ਸਾਬਕਾ ਚੇਅਰਮੈਨ ਨੂੰ ਬਚਾਉਣ ਬਾਰੇ ਕੋਈ ਗੱਲਬਾਤ ਕੀਤੀ ਹੋਵੇ, ਇਸ ਤੋਂ ਪਹਿਲਾਂ ਇਸ ਨੂੰ ਕਿਸੇ ਹੋਰ ਕੇਸ ਵਿੱਚ ਬਚਾਇਆ ਹੋਵੇ। ਕਾਲ ਕਮਿਊਨੀਕੇਸ਼ਨ ਦੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਇਲਾਵਾ ਹੋਰ ਕੋਈ ਸ਼ਹਾਦਤ ਸਬਬ ਮਿਲਦਾ ਨਹੀਂ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਤਸਦੀਕ ਤਫਤੀਸ਼ ਦੌਰਾਨ ਸੁਖਪਾਲ ਖਹਿਰਾ, ਮਨੀਸ਼ ਕੁਮਾਰ, ਸਚਨ ਸੱਚ ਨਾਮ ਲਿਖਿਆਂ ਦੇ ਖਿਲਾਫ ਕੋਈ ਸ਼ਹਾਦਤ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕੋਈ ਦੋਸ਼ ਸਾਬਤ ਹੋਏ ਹਨ ਅਤੇ ਨਾ ਹੀ ਹੁਣ ਤੱਕ ਕਿਸੇ ਐਂਗਲ ਤੋਂ ਗੁਨਾਹਗਾਰ ਪਾਏ ਗਏ ਹਨ। ਇਹ ਪੁਲਿਸ ਦੀ ਰਿਪੋਰਟ ਹੈ, ਸਿੱਟ ਦੀ ਰਿਪੋਰਟ ਹੈ। ਆ ਥੱਲੇ ਸਾਈਨ ਨੇ ਸਿੱਟ ਦੇ ਮੈਂਬਰਾਂ ਦੇ, ਆ ਸਾਰਿਆਂ ਵਾਸਤੇ। ਜਿਹੜੀ 2023 ਦੇ ਵਿੱਚ ਸਿੱਟ ਬਣਾਈ ਗਈ ਹਾਂਜੀ, ਉਹਦੀ ਕੋਈ ਰਿਪੋਰਟ ਆਈ? ਜਿਹੜੀ 2023 ਚ ਜਿਹੜੀ ਸਿੱਟ ਬਣਾਈ 2023 ਵਾਲੀ ਕੋਈ ਸਿੱਟ ਨਹੀਂ ਹੈਗੀ, ਉਹ ਨਾ ਕਿਸੇ ਨੇ ਅੱਜ ਤੱਕ ਰਿਪੋਰਟ ਦਿੱਤੀ, ਨਾ ਹੀ ਨਾ ਕੋਰਟ ਕੋਲ ਪੇਸ਼ ਕੀਤੀ ਹੈ। ਆ 2000 ਸਿੱਟ ਦੇ ਮੈਂਬਰਾਂ ਦੇ ਤੁਸੀਂ ਹੁਣ ਸਿਗਨੇਚਰ। ਆਧਾਰ ਕੀ ਮੰਨਦੇ ਹੋ ਕਿ ਕਿਸ ਆਧਾਰ ਤੇ ਕਿਸ ਬਿਹਾਵ ਤੇ ਜਿਹੜੀ ਇਹ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ? ਇਹਨਾਂ ਨੂੰ ਅਦਾਲਤ ਨੇ ਲਿਆਂਦਾ ਗਿਆ ਸਿਰਫ ਪੋਲੀਟੀਕਲੀ ਨੂੰ ਹਰਾਸ ਕਰਨ ਵਾਸਤੇ। ਦੇਖੋ ਬਿਨਾਂ ਕੋਰਟ ਦੇ ਵਾਰੰਟ ਦੇ, ਬਿਨਾਂ ਕੋਰਟ ਦੀ ਪਰਮਿਸ਼ਨ ਲਿੱਤੇ ਆਇਆ ਵੀ ਪਹਿਲੇ ਕੋਈ ਇਨਵੈਸਟੀਗੇਸ਼ਨ ਦੀ ਕੇਸ ਦੁਬਾਰਾ ਕਰਨੀ ਹੈ, ਇੱਕ ਚਲਾਨ ਆ ਗਿਆ, ਕੋਰਟ ਸਜ਼ਾ ਕਰਤੀ, ਮੁਲਜ਼ਮ ਸਾਰੇ ਸਜ਼ਾ ਹੋ ਗਏ, ਉਸ ਤੋਂ ਬਾਅਦ ਵੀ ਜੇਕਰ ਕੋਈ ਕਰਨੀ ਹੈ ਤਾਂ ਉਹਦੇ ਵਾਸਤੇ ਕੋਰਟ ਕੋਲ ਪਰਮਿਸ਼ਨ ਲੈਣੀ ਚਾਹੀਦੀ ਸੀ। ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਲਈ। ਇੱਕ ਰਿਕਾਰਡਿੰਗ ਦਾ ਕੋਈ ਕਿਹਾ ਜਾ ਰਿਹਾ, ਕੋਈ ਹਵਾਲਾ ਦਿੱਤਾ ਜਾ ਰਿਹਾ, ਕੋਈ ਰਿਕਾਰਡਿੰਗ ਨਹੀਂ ਇਹਨਾਂ ਕੋਲ। 2015 ਤੋਂ ਮੈਂ ਕੇਸ ਕਰ ਰਿਹਾ, ਅੱਜ ਤੱਕ ਕੋਈ ਇਹਨਾਂ ਕੋਲ ਰਿਕਾਰਡਿੰਗ ਨਹੀਂ। ਰਿਕਾਰਡਿੰਗ ਹੁੰਦੀ 2015 ਰਿਕਾਰਡਿੰਗ 2023 ਤੱਕ ਰਿਟੇਨ ਹੀ ਨਹੀਂ ਰਹਿ ਸਕਦੀ 2013 ਤੱਕ, 2023 ਤੱਕ। 2015 ਚ ਕੋਈ ਰਿਕਾਰਡਿੰਗ ਹੁੰਦੀ, ਕੋਈ ਮੇਰੇ ਖਿਲਾਫ ਐਵੀਡੈਂਸ ਹੁੰਦੀ ਸੀ, ਦੇ ਦਿੰਦੇ। ਅੱਜ ਤੱਕ ਦੇ ਆਰ ਟੋਟਲੀ ਫੇਲਡ, ਸਿਰਫ ਕਿਉਂਕਿ ਮੈਨੂੰ ਪਾਮਲ ਐਕਟ 'ਚ ਵੀ ਬੇਲ ਹੋ ਗਈ, ਜਿੱਥੇ ਮੈਨੂੰ ਇਹ ਖਰਾਬ ਕਰਨਾ ਚਾਹੁੰਦੇ ਸੀ। ਪਾਮਲ ਐਕਟ ਵਾਲੇ ਇਹੀ ਐਲੀਗੇਸ਼ਨ ਸੀਗੇ ਵੀ ਮੈਂ ਕੋਈ ਸਮਗਲਿੰਗ ਦੇ ਕੇਸਾਂ 'ਚੋਂ ਸਮਗਲਿੰਗ ਦੇ ਪੈਸੇ ਬਣਾਏ ਨੇ, ਸਮਗਲਿੰਗ ਦੀ ਕੋਈ ਪ੍ਰਾਪਰਟੀ ਖਰੀਦੀ, ਉਹ ਕੁਝ ਵੀ ਨਹੀਂ ਹੈਗਾ, ਸਿਰਫ ਪੋਲੀਟੀਕਲੀ ਖਰਾਬ ਕਰਨ ਵਾਸਤੇ। ਕਿਉਂਕਿ ਇਹ ਬੰਦੇ ਦੀ ਆਵਾਜ਼ ਦਬਾਉਣ ਵਾਸਤੇ, ਬੰਦਾ ਦਬੰਗ ਬੰਦਾ ਬੋਲਦਾ ਖਿਲਾਫ ਹੈ, ਸਰਕਾਰ ਦੇ ਖਿਲਾਫ ਬੋਲਦਾ, ਸਿਰਫ ਉਸ ਗੱਲ ਨੂੰ ਦਬਾਉਣ ਵਾਸਤੇ ਇਹ ਐਫਆਈਆਰ ਜਿਹੜੀ ਇਹਨੂੰ ਇਸ ਕੇਸ ਵਿੱਚ ਸ਼ਾਮਿਲ ਕੀਤਾ ਗਿਆ। ਵੇਅਰ ਐਜ਼ ਇਹਦਾ ਕੋਈ ਰੋਲ ਨਹੀਂ। ਸਾਰਾ ਅਬ ਸਿੱਟ ਦੀ ਰਿਪੋਰਟ ਮੈਂ ਤੁਹਾਡੇ ਸਾਰਿਆਂ ਨੂੰ ਕਹਾਂਗਾ ਅੱਜ। ਇਸ ਦੇ ਵਿੱਚ ਤਾਂ ਕਿਹਾ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹਮੇਸ਼ਾ ਹੀ ਵੱਡਾ ਮੁੱਦਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ 2015 ਦਾ ਹੈ। ਫਾਜ਼ਿਲਕਾ ਦੇ ਜਲਾਲਾਬਾਦ ਦੇ ਥਾਣੇ 'ਚ ਇਹ ਮਾਮਲਾ ਦਰਜ ਕੀਤਾ ਗਿਆ ਸੀ, ਜਿਹਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ। ਅੱਜ ਇੱਕ ਅਹਿਮ ਅਰੈਸਟ ਜਿਹੜੀ ਆ ਨਸ਼ਾ ਤਸਕਰੀ ਨੂੰ ਲੈ ਕੇ ਹੋਈ ਹੈ। ਪੰਜਾਬ 'ਚ ਲੰਮੇ ਸਮੇਂ ਤੋਂ ਨਸ਼ਿਆਂ ਨੂੰ ਲੈ ਕੇ ਪੀੜਿਤ ਸਟੇਟ ਰਹੀ ਹੈ ਔਰ ਅਸੀਂ ਵਾਰ-ਵਾਰ ਇਹ ਗੱਲ ਕਹੀ ਆ ਕਿ ਜਿਹੜਾ ਡਰੱਗ ਮਾਫੀਆ ਕੰਮ ਕਰਦਾ ਉਹਦੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਬਹੁਤ ਵੱਡੇ ਸਤਰ 'ਚ ਇਹਦੇ 'ਚ ਇਨਵੋਲਵ ਹੈ। ਅੱਜ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਕਿ ਨਸ਼ਾ ਤਸਕਰੀ ਦੇ ਕੇਸ ਦੇ ਆਧਾਰ ਤੇ ਅੱਜ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਔਰ ਇਹਦੇ 'ਚ ਫੈਕਟ ਇਹ ਆ ਕਿ ਇਹ ਕੇਸ ਜਿਹੜਾ ਇਹਦੀ ਸਟਾਰਟਿੰਗ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ 2015 ਵਾਲੀ ਸਰਕਾਰ 'ਚ ਹੁੰਦੀ ਆ, ਜਦੋਂ ਫਾਜ਼ਿਲਕਾ 'ਚ ਇੱਕ FIR ਦਰਜ ਕੀਤੀ ਜਾਂਦੀ ਹੈ। 5/3/2015 ਨੂੰ ਫਾਜ਼ਿਲਕਾ ਡਿਸਟ੍ਰਿਕਟ ਜਲਾਲਾਬਾਦ ਸਦਰ ਪੁਲਿਸ ਸਟੇਸ਼ਨ 'ਚ ਇੱਕ FIR ਨਸ਼ਾ ਤਸਕਰੀ ਨੂੰ, ਜਿਹਦੇ ਲਿੰਕ ਜਿਹੜੇ ਆ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਈਵਨ UK ਤੱਕ ਜੁੜੇ ਸੀ। ਉਸ ਮਾਮਲੇ 'ਚ 2017 'ਚ ਕਾਂਗਰਸ ਦੀ ਸਰਕਾਰ ਜਦੋਂ ਬਣਦੀ ਹੈ ਉਦੋਂ ਸੁਖਪਾਲ ਸਿੰਘ ਖਹਿਰਾ ਜੋ ਕਿ ਲੀਡਰ ਆਫ ਆਪੋਜੀਸ਼ਨ ਸੀਗੇ, ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਂਦਾ। ਸੋ ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਨਸ਼ਾ ਤਸਕਰੀ ਦੀ ਇਸ ਜਿਹੜੀ ਮੁਹਿੰਮ ਹੈ ਇਹ 'ਚ ਪਰਚਾ ਦਰਜ ਸ਼ੁਰੂਆਤ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੋਇਆ, ਅਰੈਸਟ ਜਿਹੜੀ ਆ 2017 ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਟਾਈਮ ਹੋਈ। ਹੁਣ ਸੱਚਾਈ ਕੀ ਹੈ ਇਹ ਤਾਂ ਸਭ ਕੁਝ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਤੇ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ। ਪਰ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਉੱਤੇ INDIA ਜਿਹੜਾ ਗੱਠਜੋੜ ਹੋ ਰਿਹਾ ਸੀਗਾ, ਜਿਹਦੇ ਵਿੱਚ 26 ਤੋਂ ਵੱਧ ਪਾਰਟੀਆਂ ਨੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਇਹਦੇ ਵਿੱਚ ਸ਼ਾਮਲ ਹੈ। ਪਹਿਲੇ ਚਰਚਾ ਸੀ ਕਿ ਦੋਵੇਂ ਪਾਰਟੀਆਂ ਦੇ ਵਿੱਚ ਉੱਤੇ ਤਾਲਮੇਲ ਬਣ ਗਿਆ ਤੇ ਪੰਜਾਬ ਦੇ ਵਿੱਚ ਰਲ ਕੇ ਇਲੈਕਸ਼ਨ ਲੜਨਗੇ, ਪਰ ਦੋਵੇਂ ਧਿਰਾਂ ਦੇ ਲੀਡਰ ਹਮੇਸ਼ਾ ਹੀ ਇਹ ਕਹਿ ਰਹੇ ਸਨ ਵੀ ਇੱਕ ਦੂਜੇ ਨੂੰ ਵੇਖ ਨਹੀਂ ਸੀ ਸਿਖਾਉਂਦੇ,
ਕਾਂਗਰਸ ਦੇ ਲੀਡਰਾਂ ਦਾ ਇਹ ਕਹਿਣਾ ਸੀ ਕਿ ਕਾਂਗਰਸ ਦੀ ਜਿਹੜੇ ਲੀਡਰ ਨੇ ਉਹਨਾਂ ਦੀ ਨੱਕ 'ਚ ਦਮ ਕੀਤਾ ਆਮ ਆਦਮੀ ਪਾਰਟੀ ਨੇ, ਇਸ ਕਰਕੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ, ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਵੀ ਕੋਈ ਲੋੜ ਨਹੀਂ ਹੈ ਕਾਂਗਰਸ ਦੇ ਨਾਲ ਗੱਠਜੋੜ ਕਰਨ ਦੀ, ਅਸੀਂ ਇਕੱਲੇ ਲੜਨਾ ਵੀ ਜਾਣਦੇ ਹਾਂ ਤੇ ਇਕੱਲੇ ਜਿੱਤਣਾ ਵੀ ਜਾਣਦੇ ਹਾਂ। ਇਸ ਨੂੰ ਲੈ ਕੇ ਰਾਜਨੀਤੀ ਜਿਹੜੀ ਹੈ ਉਹ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਾਂਗਰਸ ਦੇ ਰਾਜ ਦੇ ਵਿੱਚ ਸੁਖਪਾਲ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਹੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਤੇ 2023 ਦੇ ਵਿੱਚ ਸੈਸ਼ਨ ਜੱਜ ਦੇ ਹੁਕਮਾਂ ਦੇ ਉੱਤੇ ਫਾਜ਼ਿਲਕਾ ਡਰੱਗ ਕੇਸ ਦੀ ਜਾਂਚ ਲਈ ਇੱਕ ਸਿੱਟ ਬਣਾਈ ਗਈ। SIT ਦੀ ਜਾਂਚ ਮਗਰੋਂ ਸੁਖਪਾਲ ਸਿੰਘ ਖਹਿਰਾ ਦੇ ਸਾਥੀ ਗੁਰਦੇਵ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ। ਹੁਣ ਉਹਨਾਂ ਖਿਲਾਫ ਵੀ ਕਾਰਵਾਈ ਹੋ ਰਹੀ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜੇਕਰ ਕੋਈ ਨਸ਼ੇ ਦਾ ਕਾਰੋਬਾਰੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸੀਆਂ ਦੇ ਨਾਲ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਵਾਲਿਆਂ ਕੋਲ ਕੋਈ ਗ੍ਰਿਫਤਾਰੀ ਵਾਰੰਟ ਨਹੀਂ ਸੀ, ਇਹਦੇ ਬਾਵਜੂਦ ਉਹ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਨ ਆ ਗਏ। ਕਾਨੂੰਨ ਦੇ ਤਹਿਤ ਜੇਕਰ ਚੰਡੀਗੜ੍ਹ ਪੁਲਿਸ ਇਕੱਠੇ ਹੁੰਦੀ ਤਾਂ ਹੀ ਪੰਜਾਬ ਪੁਲਿਸ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਸਕਦੀ ਸੀ। ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੇ ਹਾਂ। ਸਾਡੇ ਪੰਜਾਬ ਕਾਂਗਰਸ ਦੇ ਆਗੂ ਅੱਜ ਇਸ ਮੁੱਦੇ ਤੇ ਮੀਟਿੰਗ ਕਰਕੇ ਇਹ ਗੱਲ ਹਾਈ ਕਮਾਨ ਕੋਲ ਉਠਾਉਣਗੇ। ਪੁਲਿਸ ਜਿਹੜੀ ਮਸ਼ਹੂਰ ਹੈ ਦੁਨੀਆ ਭਰ 'ਚ ਜ਼ਿਆਦਤੀਆਂ ਕਰਨ ਵਾਸਤੇ, ਆਪਣੇ ਇਨਹਿਊਮਨ ਟ੍ਰੀਟਮੈਂਟ ਵਾਸਤੇ, ਹਿਊਮਨ ਰਾਈਟਸ ਵਾਇਲੇਸ਼ਨਸ ਵਾਸਤੇ, ਅਸੀਂ ਆਪਣੇ ਛੋਟੇ ਭਾਈ ਸਾਹਿਬ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੀ ਪਰਿਵਾਰ ਦੇ ਪਿੱਠ ਪਿੱਛੇ ਖੜੇ। ਕਹਿ ਦੇਣਾ ਚਾਹੁੰਦਾ ਭਗਵੰਤ ਮਾਨ ਜੀ, ਸਰਕਾਰਾਂ ਹਮੇਸ਼ਾ ਨਹੀਂ ਚੱਲਦੀਆਂ। ਜੋ ਤੁਸੀਂ ਇੱਕ ਆਪਣਾ ਟ੍ਰੈਂਡ ਵਿਖਾ ਰਹੇ, ਅੱਜ ਉਹਨਾਂ ਨੇ ਫੇਰ ਉਹੀ ਰੰਗ ਆਪਣਾ ਵਿਖਾਇਆ ਜੋ ਹਰ ਰੋਜ਼ ਪੰਜਾਬੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੇਖਦੇ। ਚੰਦ ਦਿਨ ਪਹਿਲੇ ਅਫਸੋਸਨਾਕ ਇੱਕ ਘਟਨਾ ਹੋਈ ਜਿੱਥੇ 2 ਨੌਜਵਾਨ ਪੰਜਾਬੀ ਭਰਾ ਢਿੱਲੋਂ ਬ੍ਰਦਰਜ਼ ਜਲੰਧਰ ਦੇ, ਉਹਨਾਂ ਨੂੰ ਵੀ ਇਸੇ ਮਿਸਟ੍ਰੀਟਮੈਂਟ ਨਾਲ, ਇਸੇ ਕਿਸਮ ਦੀ ਪੁਲਿਸ ਦੀ ਟ੍ਰੀਟਮੈਂਟ ਦੇ ਨਾਲ ਮਜਬੂਰਨ ਸੁਸਾਈਡ ਕਮਿਟ ਕਰਨਾ। ਅੱਜ ਤੋਂ 2 ਦਿਨ ਪਹਿਲੇ ਮੁਕਤਸਰ ਦੇ ਵਿੱਚ ਜਿਹੜਾ ਇਨਸੀਡੈਂਟ ਪੰਜਾਬ ਪੁਲਿਸ ਨੇ ਵੈਸ਼ਿਆਨਾ ਕੀਤਾ ਇੱਕ ਵਕੀਲ ਦੇ ਨਾਲ, ਕਿਉਂਕਿ ਸਾਰੇ ਹੀ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸਾਰੇ ਸੂਬੇ ਦੇ ਵਕੀਲਾਂ ਨੇ ਉੱਥੇ ਬਕਾਇਦਾ ਤੌਰ ਸਟ੍ਰਾਈਕ ਕਰ ਦਿੱਤੀ, ਜਿਸ ਦੇ ਕਾਰਨ ਚੰਦ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨਾ ਪੈ ਗਿਆ, ਕੁਝ ਨੂੰ ਸਸਪੈਂਡ ਕਰਨਾ ਪੈ ਗਿਆ। ਸੋ ਇਸ ਕਿਸਮ ਦੀਆਂ ਵੈਸ਼ਿਆਨਾ ਹਰਕਤਾਂ ਪੰਜਾਬ ਪੁਲਿਸ ਨੋਟੋਰੀਅਸਲੀ ਫੇਮਸ। ਮੈਂ ਸਾਰੇ ਹੀ ਪੰਜਾਬ ਦੇ ਕਾਡਰ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ, ਅਸੀਂ ਆਪਣੇ ਛੋਟੇ ਭਾਈ ਸਾਹਿਬ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੀ ਪਰਿਵਾਰ ਦੇ ਪਿੱਠ ਪਿੱਛੇ ਖੜੇ। ਅੱਜ ਹੀ ਮੈਂ ਹੁਣ ਆਪਣੇ ਪਿੰਡੋਂ ਕਾਦੀਆਂ ਤੋਂ ਚੱਲ ਕੇ ਚੰਡੀਗੜ੍ਹ ਜਾ ਰਿਹਾ। ਆਪਣੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨਾਲ, ਆਪਣੇ ਸੀਨੀਅਰ ਕੁਲੀਗਸ ਦੇ ਨਾਲ ਅਸੀਂ ਮੀਟਿੰਗ ਕਰ ਰਹੇ ਹਾਂ। ਜਿੱਥੇ ਵੀ ਸਾਨੂੰ ਜਾਣਾ ਪਿਆ, ਜਿਸ ਕਚਹਿਰੀ ਦਾ ਵੀ ਦਰਵਾਜ਼ਾ ਸਾਨੂੰ ਖਟਖਟਾਉਣਾ ਪਿਆ, ਅਸੀਂ ਖਟਖਟਾ ਕੇ ਉਹਨਾਂ ਦੀ ਪਿੱਠ ਪਿੱਛੇ ਰਵਾਂਗੇ, ਉਹਨਾਂ ਦੀ ਜ਼ਮਾਨਤ ਵੀ ਕਰਾਵਾਂਗੇ। ਤਾਂ ਮੈਂ ਭਗਵੰਤ ਮਾਨ ਨੂੰ ਇੱਕੋ ਗੱਲ ਕਹਿ ਦੇਣਾ ਚਾਹੁੰਦਾ, ਭਗਵੰਤ ਮਾਨ ਜੀ, ਸਰਕਾਰਾਂ ਹਮੇਸ਼ਾ ਨਹੀਂ ਚੱਲਦੀਆਂ। ਜੋ ਤੁਸੀਂ ਇੱਕ ਆਪਣਾ ਟ੍ਰੈਂਡ ਵਿਖਾ ਰਹੇ, ਨਾਨ ਡੈਮੋਕ੍ਰੈਟਿਕ ਟ੍ਰੈਂਡ ਵਿਖਾ ਰਹੇ, ਇਹਦੀ ਮੈਂ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨਾ ਚਾਹੁੰਦਾ। ਅੱਜ ਮਹਾਨ ਸਾਡੀ ਕੌਮ ਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਤੁਸੀਂ ਇਹੋ ਜਿਹਾ ਕੰਮ ਕੀਤਾ ਜੀ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਬੇਸਿਕ ਆਈਡੀਓਲੋਜੀ ਤੇ ਸੋਚ ਦੇ ਖਿਲਾਫ ਹੈ। ਫੋਟੋ ਤੁਸੀਂ ਉਹਨਾਂ ਦੀ ਲਾਉਂਦੇ ਹੋ, ਕੰਮ ਤੁਸੀਂ ਉਹ ਕਰਦੇ ਹੋ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਦੇ ਖਿਲਾਫ ਹੋ। ਸੋ ਮੈਂ ਕੰਡੈਮ ਕਰਨਾ, ਮੈਂ ਪੰਜਾਬ ਦੇ ਸਾਰੀ ਕਾਂਗਰਸ ਦੇ ਕਾਡਰ ਨੂੰ ਅਪੀਲ ਕਰਨਾ ਕਿ ਦ੍ਰਿੜਤਾ ਨਾਲ ਰਹੋ, ਤਗੜੇ ਹੋ ਕੇ ਰਹੋ। ਬਿਲਕੁਲ ਪਾਰਟੀ ਦਾ ਮੋਰਲ ਅਪ ਹੈ। ਗ੍ਰਿਫਤਾਰੀਆਂ ਦੇ ਨਾਲ ਭਗਵੰਤ ਮਾਨ ਸਾਡੇ ਮੋਰਲ ਨੂੰ ਡਾਊਨ ਨਹੀਂ ਕਰ ਸਕਦਾ। ਚੜ੍ਹਦੀ ਕਲਾ 'ਚ ਅਸੀਂ ਰਵਾਂਗੇ, ਚੜ੍ਹਦੀ ਕਲਾ ਸੁਖਪਾਲ ਸਿੰਘ ਖਹਿਰਾ ਰਹੇਗਾ। ਇਹ ਜੰਗ ਅਸੀਂ ਹੁਣ ਭਗਵੰਤ ਮਾਨ ਦੇ ਖਿਲਾਫ ਹੋਰ ਜ਼ੋਰ ਨਾਲ ਲੜਾਂਗੇ ਤੇ ਜੰਗ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਤੇ ਅਪਾਰ ਕਿਰਪਾ ਨਾਲ ਅਸੀਂ
ਉਹਦੇ ਵਿੱਚ ਆਪਣੀ ਜਿੱਤ ਵੀ ਪ੍ਰਾਪਤ ਕਰਾਂਗੇ। ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਇੱਕ ਵਾਰ ਫੇਰ ਉਹਨਾਂ ਕੋਲ ਇਜਾਜ਼ਤ ਵੀ ਲੈਣਾ, ਇੱਕ ਵਾਰ ਫੇਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਣਾ ਕਿ ਅਸੀਂ ਹਰ ਆਪਣੇ ਪਾਰਟੀ ਦੇ ਵਰਕਰ ਤੇ ਲੀਡਰ ਦੀ ਪਿੱਠ ਪਿੱਛੇ ਖੜੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਆਖਿਆ ਸਰਕਾਰੀ ਏਜੰਸੀਆਂ ਦੀ ਵਰਤੋਂ ਉੱਤੇ ਤੋਂ ਲੈ ਕੇ ਹੇਠਾਂ ਤੱਕ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸੀਆਂ ਦੇ ਖਿਲਾਫ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਤੇ ਭਗਵੰਤ ਮਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਮਾਮਲਾ 8 ਸਾਲ ਬਾਅਦ ਸਾਹਮਣੇ ਆਇਆ ਹੈ। ਜਦੋਂ ਇਹ ਕੇਸ ਦਰਜ ਹੋਇਆ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਸੁਖਪਾਲ ਸਿੰਘ ਖਹਿਰਾ ਨੂੰ ਅਜਿਹੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ। ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨੂੰ ਲੈ ਕੇ ਦਿੱਲੀ ਦੀ ਉੱਚ ਲੀਡਰਸ਼ਿਪ ਦੇ ਨਾਲ ਗੱਲਬਾਤ ਹੋ ਚੁੱਕੀ ਹੈ। ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰ ਨੂੰ ਉਹਨਾਂ ਨੇ ਤਸੱਲੀ ਵੀ ਦਿੱਤੀ ਹੈ ਤੇ ਆਖਿਆ ਕਿ ਅਸੀਂ सुखपाल सिंह खैरा दे नाल आ। ये जो वेंडेटा पॉलिटिक्स है, कुछ दिनों की परेशानी है, वो तो रहेगी, लेकिन अल्टीमेटली फैमिली को भी पता है और जनता को भी पता है कि खैरा साहब इसमें पाक साफ होकर बाहर निकलेंगे। जब ऑर्डर खत्म कर दिए, जो 15 का केस था, 8 साल हो गए हैं जिसमें खैरा साहब का नाम नहीं था, 319 उड़ा दी गई, क्वैश कर दी गई, फिर आज कौन सी ऐसी इन्वेस्टिगेशन 8 साल बाद हुई जिसमें दोबारा खैरा साहब को इन्वॉल्व कर लिया गया। ये टोटली मैं कहूंगा कि इससे मैं समझता हूं नजर आता है कि पंजाब के अंदर जंगल राज है कि मन में लड़ना, क्योंकि उनको पता है कि हमने कैसे लड़ना है और पहले भी खैरा साहब 78 दिन अंदर लगाकर आए और माइंड उनका क्लियर है कि हमने जब कोई गुनाह ही नहीं किया तो हमारे ऊपर किसी प्रकार का कुछ हो नहीं सकता। हाँ, ये जो वेंडेटा पॉलिटिक्स है, कुछ दिनों की परेशानी है, वो तो रहेगी, लेकिन अल्टीमेटली फैमिली को भी पता है और जनता को भी पता है कि खैरा साहब इसमें पाक साफ होकर बाहर निकलेंगे। और जो इसका केस है, मैं आपको थोड़ा बताना चाहूंगा कि व्हाट इज दिस केस। मार्च 2015 में FIR नंबर 35 PS सदर जलालाबाद NDPS एक्ट अगेंस्ट 10 लोगों के खिलाफ हुई थी। ये 10 लोगों के खिलाफ 2015 में एक FIR हुई थी, FIR नंबर 35। उसमें खैरा साहब का कहीं पर नाम नहीं था। 2017 में क्या हुआ, ऑल ऑफ सडन कोर्ट सम्मन्ड मिस्टर खैरा, और वो क्या था, 319 के सम्मन थे, CRPC 319 के। खैरा साहब इस 319 के सम्मन को लेकर सुप्रीम कोर्ट गए और सुप्रीम कोर्ट ने उसको स्टे कर दिया, क्वैश कर दिया कि भी ये गलत काम है। जब फैसला हो चुका है केस का तो आपने 319 के सम्मन कैसे कर लिया। फिर उन्होंने 300 सम्मन को उड़ा दिया वहां के, कि मान लिया सुप्रीम कोर्ट ने जो कहा है कि हमने गलत ये सम्मन किए थे खैरा साहब को 319 के, वो उड़ा दिया। सुप्रीम कोर्ट ने स्टे प्रोसीडिंग भी इसकी स्टे कर दी थी ट्रायल कोर्ट में कि कोई अब इसकी प्रोसीडिंग स्टे है, इसका कुछ नहीं हो सकता, ये आपने गलत किया है। और 2023 में सुप्रीम कोर्ट ने ऑल प्रोसीडिंग ऑर्डर्स इन ड्रग केस वो स्टे कर दिए, क्वैश कर दिए, मतलब कि खत्म कर दिए। और फिर क्या हुआ, आज उनकी अरेस्ट हुई। जब ऑर्डर खत्म कर दिए, जो 15 का केस था, 8 साल हो गए हैं जिसमें खैरा साहब का नाम नहीं था, 319 उड़ा दी गई, क्वैश कर दी गई। फिर आज कौन सी ऐसी इन्वेस्टिगेशन 8 साल बाद हुई जिसमें दोबारा खैरा साहब को इन्वॉल्व कर लिया गया। पता चला कि आज कोई सिट बनी थी, सिट के माध्यम से खैरा साहब का नाम इन्वॉल्व कर दिया गया। ये टोटली मैं कहूंगा कि इससे मैं समझता हूं नजर आता है कि पंजाब के अंदर जंगल राज है। लेकिन और ना केवल पंजाब के अंदर है, चंडीगढ़ के अंदर भी जंगल राज है। जिस प्रकार से ना तो चंडीगढ़ की पुलिस हुई, यहां पर चंडीगढ़ पुलिस होनी चाहिए थी, और मैं समझता हूं कि सरासर धक्का है, ये सरकार ने धक्का किया है
और मैं कहूंगा कि आदरणीय डीजीपी साहब का हम बहुत सत्कार करते थे। उन्होंने भी ये धक्का किया है पुलिस के कहने पर, इसमें कुछ नहीं निकलना। और आपके सामने 10 दिन बाद या 5 दिन बाद खैरा साहब आएंगे और मेरे को लगता है कि जिस प्रकार से उनको लेकर गए हैं, आने वाले दिनों में कुछ भी हो सकता है उनके साथ। जिस प्रकार से उनको लेकर गए हैं धक्के से, सुबह उठते ही ऐसे पुलिस चोरों की तरह आई है, बिना वर्दी के आई है, मैं समझता हूं कि ये नहीं होना चाहिए। सामने आ रहे हैं यार कांग्रेस का स्टैंड तो मैं बिना नहाए हुए आप खैरा साहब के साथ खड़ा हूं। पूरी की पूरी कांग्रेस पार्टी खैरा साहब के साथ खड़ी है। हमें किसी प्रकार की भी लड़ाई लड़नी पड़ेगी, हम लड़ेंगे। पूरा साडा स्टैंड है, ਅਸੀਂ खैरा साहब ਦੇ ਨਾਲ ਹੈ, क्योंकि ये नजायज पर्चा जायज एक मिनट जायज पर से ਅਸੀਂ ਕਿਤੇ ਵੀ ਕੋਈ ਪਰਚਾ ਹੁੰਦਾ ਅਸੀਂ ਚੱਲਦੇ ਹਾਂ। ਅੰਦਰ ਜਾਣ ਦੇ ਨਾਲ ਕੋਈ ਕਾਂਗਰਸ ਖਤਮ ਨਹੀਂ ਹੋ ਜਾਣੀ। ਅਸੀਂ ਲੜਾਈ ਲੜ ਰਹੇ ਹਾਂ ਔਰ ਅਸੀਂ ਲੜਦੇ ਰਵਾਂਗੇ ਔਰ 100% ਇਸ ਝੂਠੇ ਮੁਕੱਦਮਾ ਜਿਹੜਾ ਕੀਤਾ ਗਿਆ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਇਹ ਚੇਤਾਵਨੀ ਦਿੰਦੇ ਹਾਂ ਕਿ ਅਸੀਂ ਆਪਦੇ ਸਾਥੀਆਂ ਦੇ ਨਾਲ ਡਟ ਕੇ ਹਿੱਕ ਢਾ ਕੇ ਖੜਾ ਰਹਾਂਗੇ।